ਸਤਿ ਸ਼੍ਰੀ ਅਕਾਲ ਜੀ। ਕਵਿਤਾ ਇਹ ਸਿਰਫ ਸ਼ਬਦਾਂ ਦਾ ਜੋੜ ਥੋੜੀ ਹੁੰਦੀ ਹੈ, ਇਹ ਤਾਂ ਭਾਵਨਾਵਾਂ ਦਾ ਇੱਕ ਜਾਦੂ ਹੈ। ਤੇ ਅੱਜ ਆਪਾਂ ਉਸੇ ਜਾਦੂ ਦੇ ਪਿੱਛੇ ਛੁਪੇ ਹੋਏ ਖਜ਼ਾਨੇ ਨੂੰ ਲੱਭਣ ਨਿਕਲੇ ਆਂ। ਹਾਂਜੀ, ਗੱਲ ਕਰਾਂਗੇ ਅਲੰਕਾਰਾਂ ਦੀ। ਇਸ ਲਾਈਨ ਨੂੰ ਜ਼ਰਾ ਧਿਆਨ ਨਾਲ ਸੁਣੋ, ਇਹਦੇ ਸੰਗੀਤ ਨੂੰ ਮਹਿਸੂਸ ਕਰੋ, ਹੈ ਨਾ? ਇੱਕ ਖਾਸ ਲੈ, ਇੱਕ ਡੂੰਘਾਈ ਜਿਹੜੇ ਸਿੱਧਾ ਦਿਲ ਤੇ ਅਸਰ ਕਰਦੀ ਹੈ। ਪਰ ਸਵਾਲ ਇਹ ਹੈ ਕਿ ਇਹ ਖੂਬਸੂਰਤੀ ਆ ਕਿੱਥੋਂ ਰਹੀ ਹੈ? ਕੀ ਰਾਜ਼ ਹੈ ਇਹਦੇ ਪਿੱਛੇ? ਬਸ ਇਹੀ ਸਵਾਲ ਸਾਨੂੰ ਲੈ ਕੇ ਆਉਂਦਾ ਹੈ ਸਾਡੇ ਅੱਜ ਦੇ ਵਿਸ਼ੇ ਤੇ, ਅਲੰਕਾਰ। ਚਲੋ ਫਿਰ ਰਲ ਕੇ ਖੋਲਦੇ ਹਾਂ ਇਸ ਜਾਦੂ ਦੇ ਭੇਤ ਨੂੰ। ਤਾਂ ਕਵਿਤਾ ਦੇ ਗਹਿਣੇ ਜਿਹੜੀ ਲਾਈਨ ਆਪਾਂ ਸ਼ੁਰੂ 'ਚ ਸੁਣੀ, ਉਹ ਇੰਨੀ ਖਾਸ ਕਿਉਂ ਲੱਗੀ? ਇਹ ਸਮਝਣ ਲਈ ਪਹਿਲਾਂ ਸਾਨੂੰ ਇਹਨਾਂ ਗਹਿਣਿਆਂ ਨੂੰ ਹੀ ਸਮਝਣਾ ਪੈਣਾ ਹੈ। ਦੇਖੋ, ਅਲੰਕਾਰ ਸ਼ਬਦ ਆਇਆ ਸੰਸਕ੍ਰਿਤ ਤੋਂ। ਉੱਥੇ ਇੱਕ ਮੂਲ ਸ਼ਬਦ ਹੈ ਅਲਮ, ਜਿਸ ਦਾ ਮਤਲਬ ਹੁੰਦਾ ਗਹਿਣਾ ਜਾਂ ਸਜਾਵਟ। ਇੱਕ ਬਹੁਤ ਪੁਰਾਣੀ ਪਰਿਭਾਸ਼ਾ ਵੀ ਹੈ, ਅਲੰਕਰੋਤੀ ਇਤੀ ਅਲੰਕਾਰ, ਮਤਲਬ ਜਿਹੜੀ ਚੀਜ਼ ਸਜਾਉਂਦੀ ਹੈ ਉਹੀ ਅਲੰਕਾਰ ਹੈ। ਸੌਖੀ ਸ਼ਬਦਾਂ 'ਚ ਕਹੀਏ ਤਾਂ ਇਹ ਕਵਿਤਾ ਦੇ ਉਹ ਗਹਿਣੇ ਨੇ ਜਿਹੜੇ ਉਹਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਨੇ। ਇਸ ਨੂੰ ਐਦਾਂ ਸਮਝ ਕੇ ਦੇਖੋ, ਇੱਕ ਇਨਸਾਨ ਗਹਿਣਿਆਂ ਤੋਂ ਬਿਨਾਂ ਵੀ ਪੂਰਾ ਹੁੰਦਾ ਹੈ, ਠੀਕ ਹੈ? ਪਰ ਜਦੋਂ ਉਹ ਖੂਬਸੂਰਤ ਗਹਿਣੇ ਪਾ ਲੈਂਦਾ ਹੈ ਤਾਂ ਉਹਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਨੇ। ਬਿਲਕੁਲ ਇਹੀ ਕੰਮ ਅਲੰਕਾਰ ਕਵਿਤਾ ਲਈ ਕਰਦੇ ਨੇ। ਉਹ ਸਿਰਫ ਉੱਪਰੋਂ ਸਜਾਵਟ ਨਹੀਂ ਕਰਦੇ, ਉਹ ਤਾਂ ਗੱਲ ਦੇ ਅਸਰ ਨੂੰ ਕਈ ਗੁਣਾ ਵਧਾ ਦਿੰਦੇ ਨੇ। ਪਰ ਇੱਥੇ ਆ ਕੇ ਇੱਕ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਇਹ ਗਹਿਣੇ ਕਵਿਤਾ ਲਈ ਜ਼ਰੂਰੀ ਨੇ ਜਾਂ ਫਿਰ ਇਹ ਸਿਰਫ ਇੱਕ ਫालतू ਦੀ ਸਜਾਵਟ ਹੈ? ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਸ ਇੱਕ ਸਵਾਲ ਤੇ ਪ੍ਰਾਚੀਨ ਭਾਰਤੀ ਕਾਵਿ ਸ਼ਾਸਤਰ ਵਿੱਚ ਸਦੀਆਂ ਤੱਕ ਬਹਿਸ ਚੱਲਦੀ ਰਹੀ। ਤੇ ਇਹ ਬਹਿਸ ਦੋ ਵੱਡੇ ਗਰੁੱਪਾਂ 'ਚ ਵੰਡੀ ਹੋਈ ਸੀ। ਇੱਕ ਪਾਸੇ ਸੀਗੇ ਭਾਮਹ ਤੇ ਦੰਡੀ ਵਰਗੇ ਵਿਦਵਾਨ। ਉਹ ਕਹਿੰਦੇ ਸੀ ਕਿ ਅਲੰਕਾਰ ਹੀ ਕਵਿਤਾ ਦੀ ਜਾਨ ਹੈ, ਉਹਦੀ ਆਤਮਾ ਹੈ। ਪਰ ਦੂਜੇ ਪਾਸੇ ਆਨੰਦਵਰਧਨ ਤੇ ਵਿਸ਼ਵਨਾਥ ਵਰਗੇ ਵਿਦਵਾਨਾਂ ਨੇ ਕਿਹਾ, ਨਹੀਂ ਜੀ, ਅਸਲੀ ਆਤਮਾ ਤਾਂ ਰਸ ਹੈ, ਯਾਨੀ ਕਿ ਇਮੋਸ਼ਨ, ਭਾਵਨਾ। ਉਹਨਾਂ ਦਾ ਤਰਕ ਸੀ ਕਿ ਜੇ ਕਵਿਤਾ 'ਚ ਭਾਵਨਾ ਹੀ ਨਹੀਂ ਤਾਂ ਅਲੰਕਾਰ ਇੰਜ ਨੇ ਜਿਵੇਂ ਕਿਸੇ ਬੇਜਾਨ ਮੂਰਤੀ ਤੇ ਗਹਿਣੇ ਪਾ ਦਿੱਤੇ ਹੋਣ। ਖੈਰ, ਇਹ ਬਹਿਸ ਤਾਂ ਆਪਣੀ ਥਾਂ ਤੇ ਚੱਲਦੀ ਰਹੀ, ਪਰ ਇੱਕ ਗੱਲ ਤੇ ਸਭ ਸਹਿਮਤ ਸੀ ਕਿ ਅਲੰਕਾਰਾਂ ਨੂੰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਹਿਸਾਬ ਨਾਲ ਵੰਡਿਆ ਜਾ ਸਕਦਾ ਹੈ। ਮਤਲਬ ਕਵੀ ਖੂਬਸੂਰਤੀ ਪੈਦਾ ਕਰਦਾ ਕਿਵੇਂ ਹੈ? ਕਿ ਉਹ ਸ਼ਬਦਾਂ ਦੀ ਆਵਾਜ਼ ਨਾਲ ਖੇਡਦਾ ਹੈ ਜਾਂ ਫਿਰ ਵਿਚਾਰਾਂ ਦੀ ਗਹਿਰਾਈ ਨਾਲ, ਜਾਂ ਫਿਰ ਦੋਵਾਂ ਨੂੰ ਮਿਲਾ ਕੇ ਕੋਈ ਤੀਜਾ ਹੀ ਜਾਦੂ ਬਣਾ ਦਿੰਦਾ ਹੈ? ਇਸੇ ਹਿਸਾਬ ਨਾਲ ਕਵੀ ਕੋਲ ਸਮਝੋ 3 ਤਰ੍ਹਾਂ ਦੇ ਗਹਿਣਿਆਂ ਦੇ ਡੱਬੇ ਹੁੰਦੇ ਨੇ। ਪਹਿਲਾ, ਸ਼ਬਦ ਅਲੰਕਾਰ, ਜਿੱਥੇ ਸਾਰਾ ਕਮਾਲ ਸ਼ਬਦਾਂ ਦੀ ਆਵਾਜ਼ ਦਾ ਹੁੰਦਾ ਹੈ। ਦੂਜਾ, ਅਰਥ ਅਲੰਕਾਰ, ਜਿੱਥੇ ਖੂਬਸੂਰਤੀ ਅਰਥਾਂ 'ਚ ਛੁਪੀ ਹੁੰਦੀ ਹੈ। ਤੇ ਤੀਜਾ, ਸ਼ਬਦਾਰਥ ਅਲੰਕਾਰ, ਜਿੱਥੇ ਦੋਵੇਂ ਮਿਲ ਕੇ ਕੰਮ ਕਰਦੇ ਨੇ। ਅੱਜ ਦੀ ਗੱਲਬਾਤ ਲਈ ਆਪਾਂ ਪਹਿਲੀਆਂ ਦੋ ਸਭ ਤੋਂ ਜ਼ਰੂਰੀ ਕਿਸਮਾਂ ਤੇ ਫੋਕਸ ਕਰਾਂਗੇ। ਚਲੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਬਦ ਅਲੰਕਾਰ ਦੀ। ਇੱਥੇ ਸਾਰਾ ਦਾ ਸਾਰਾ ਜਾਦੂ ਸ਼ਬਦਾਂ ਦੀ ਆਵਾਜ਼ ਤੇ ਉਹਨਾਂ ਦੀ ਜਗ੍ਹਾ 'ਚ ਛੁਪਿਆ ਹੁੰਦਾ ਹੈ। ਸਭ ਤੋਂ ਖਾਸ ਗੱਲ, ਜੇ ਤੁਸੀਂ ਸ਼ਬਦ ਬਦਲ ਦਿੱਤਾ ਨਾ, ਤਾਂ ਸਮਝੋ ਸਾਰਾ ਜਾਦੂ, ਸਾਰੀ ਖੂਬਸੂਰਤੀ ਖਤਮ। ਇਹਦੀ ਸਭ ਤੋਂ ਮਸ਼ਹੂਰ ਉਦਾਹਰਣ ਹੈ ਅਨੁਪ੍ਰਾਸ। ਇਹ ਬਹੁਤ ਸੌਖਾ ਹੈ, ਬਸ ਇੱਕੋ ਜਿਹੀ ਆਵਾਜ਼ ਵਾਲੇ ਅੱਖਰਾਂ ਨੂੰ ਬਾਰ-ਬਾਰ ਵਰਤਿਆ ਜਾਂਦਾ ਹੈ ਤਾਂ ਕਿ ਇੱਕ ਸੰਗੀਤ ਜਿਹਾ ਬਣ ਜਾਵੇ। ਜਿਵੇਂ ਇਸ ਲਾਈਨ 'ਚ ਦ ਦੀ ਆਵਾਜ਼ ਦਾ ਦੁਹਰਾਓ ਦੇਖੋ, ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਡੁੱਬਦਾ ਜਾਂਦਾ ਹੈ। ਮਹਿਸੂਸ ਹੋ ਰਿਹਾ? ਇਹ ਦ ਦੀ ਆਵਾਜ਼ ਆਪਣੇ ਆਪ ਇੱਕ ਭਾਰੀਪਣ, ਇੱਕ ਡੁੱਬਣ ਵਾਲਾ ਅਹਿਸਾਸ ਪੈਦਾ ਕਰ ਰਹੀ ਹੈ ਤੇ ਗੱਲ ਦਾ ਅਸਰ ਹੋਰ ਗਹਿਰਾ ਹੋ ਰਿਹਾ ਹੈ। ਅਗਲਾ ਅਲੰਕਾਰ ਹੈ ਯਮਕ। ਇਹ ਤਾਂ ਕਹਿ ਲੋ ਸ਼ਬਦਾਂ ਦੀ ਬੜੀ ਚੱਲਾਕੀ ਵਾਲੀ ਖੇਡ ਹੈ। ਇੱਕੋ ਸ਼ਬਦ ਵਾਰ-ਵਾਰ ਆਉਂਦਾ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਹਰ ਵਾਰੀ ਉਹਦਾ ਮਤਲਬ ਕੁਝ ਹੋਰ ਹੀ ਨਿਕਲਦਾ ਹੈ। ਤੇ ਲਓ ਜੀ, ਆ ਗਿਆ ਜਵਾਬ ਸਾਡੇ ਉਸੇ ਸਵਾਲ ਦਾ ਜਿਹੜਾ ਆਪਾਂ ਸ਼ੁਰੂ 'ਚ ਪੁੱਛਿਆ ਸੀ। ਇਸ ਲਾਈਨ ਦਾ ਸਾਰਾ ਕਮਾਲ ਯਮਕ ਅਲੰਕਾਰ ਛੁਪਿਆ ਹੋਇਆ ਹੈ। ਦੇਖੋ, ਵਲਾਂ ਵਾਲੀਆਂ ਦਾ ਮਤਲਬ ਹੋਇਆ ਕੁੰਗਰਾਲੇ ਵਾਲਾਂ ਵਾਲੀ। ਤੇਰੀਆਂ ਵਾਲੀਆਂ ਨੇ, ਇੱਥੇ ਵਾਲੀਆਂ ਦਾ ਮਤਲਬ ਹੋਇਆ ਕੰਨਾਂ ਦੇ ਝੁਮਕੇ। ਤੇ ਜਹਾਨ ਦੇ ਵਾਲੀਆਂ ਨੂੰ, ਇੱਥੇ ਵਾਲੀਆਂ ਦਾ ਮਤਲਬ ਹੋ ਗਿਆ ਦੁਨੀਆ ਦੇ ਮਾਲਕ ਜਾਂ ਰਾਜੇ। ਦੇਖਿਆ, ਸ਼ਬਦ ਇੱਕ ਪਰ ਅਰਥ 3, ਹੈ ਨਾ ਕਮਾਲ ਦੀ ਗੱਲ? ਚਲੋ, ਹੁਣ ਆਪਾਂ ਚੱਲਦੇ ਹਾਂ ਦੂਜੇ ਗਹਿਣਿਆਂ ਦੇ ਡੱਬੇ ਵੱਲ, ਅਰਥ ਅਲੰਕਾਰ। ਇੱਥੇ ਸਾਰਾ ਜ਼ੋਰ ਸ਼ਬਦਾਂ ਦੀ ਆਵਾਜ਼ ਤੇ ਨਹੀਂ, ਸਗੋਂ ਉਹਨਾਂ ਦੇ ਅਰਥਾਂ, ਉਹਨਾਂ ਦੇ ਵਿਚਾਰਾਂ ਦੀ ਗਹਿਰਾਈ ਤੇ ਹੁੰਦਾ ਹੈ। ਇੱਥੇ ਤੁਸੀਂ ਸ਼ਬਦ ਬਦਲ ਵੀ ਦਿਓ ਤਾਂ ਵੀ ਖੂਬਸੂਰਤੀ ਖਤਮ ਨਹੀਂ ਹੁੰਦੀ। ਇਹਦੀ ਸਭ ਤੋਂ ਆਮ ਤੇ ਮਸ਼ਹੂਰ ਕਿਸਮ ਹੈ ਉਪਮਾ।
ਬਹੁਤ ਸੌਖਾ ਹੈ। ਜਦੋਂ ਦੋ ਵੱਖਰੀਆਂ ਚੀਜ਼ਾਂ ਦੀ ਤੁਲਨਾ ਵਰਗਾ, ਵਾਂਗ, ਜਿਹਾ ਵਰਗੇ ਸ਼ਬਦ ਵਰਤ ਕੇ ਕੀਤੀ ਜਾਂਦੀ ਹੈ ਤਾਂ ਉਹ ਉਪਮਾ ਹੁੰਦੀ ਹੈ। ਹੁਣ ਦੇਖੋ, ਇੱਕ ਚੰਗੀ ਉਪਮਾ ਦੇ 4 ਹਿੱਸੇ ਹੁੰਦੇ ਨੇ। ਪਹਿਲਾ, ਉਪਮੇਯ, ਯਾਨੀ ਜਿਸ ਚੀਜ਼ ਦੀ ਤੁਲਨਾ ਕਰ ਰਹੇ ਹਾਂ, ਜਿਵੇਂ ਚਿਹਰਾ। ਦੂਜਾ, ਉਪਮਾਨ, ਜਿਸ ਨਾਲ ਤੁਲਨਾ ਕਰ ਰਹੇ ਹਾਂ, ਜਿਵੇਂ ਚੰਦ। ਤੀਜਾ, ਸਾਂਝਾ ਗੁਣ, ਦੋਵਾਂ 'ਚ ਕੀ ਗੱਲ ਸਾਂਝੀ ਹੈ, ਜਿਵੇਂ ਸੋਹਣਾ ਹੋਣਾ। ਤੇ ਚੌਥਾ, ਵਾਚਕ ਸ਼ਬਦ, ਜਿਹੜਾ ਤੁਲਨਾ ਕਰ ਰਿਹਾ ਹੈ, ਜਿਵੇਂ ਵਰਗਾ। ਉਪਮਾ ਤੋਂ ਅਗਲਾ ਸਟੈਪ ਹੈ ਰੂਪਕ। ਇਹ ਹੋਰ ਵੀ ਗਹਿਰਾ ਹੈ। ਇੱਥੇ ਤੁਲਨਾ ਨਹੀਂ ਕੀਤੀ ਜਾਂਦੀ, ਸਗੋਂ ਇੱਕ ਚੀਜ਼ ਨੂੰ ਦੂਜੀ ਦਾ ਰੂਪ ਹੀ ਦੇ ਦਿੱਤਾ ਜਾਂਦਾ ਹੈ। ਦੋ ਚੀਜ਼ਾਂ ਨੂੰ ਇੱਕ ਕਰ ਦਿੱਤਾ ਜਾਂਦਾ ਹੈ, ਕੋਈ ਵਰਗਾ ਜਾਂ ਵਾਂਗ ਸ਼ਬਦ ਨਹੀਂ ਹੁੰਦਾ। ਜਿਵੇਂ ਇਸ ਲਾਈਨ 'ਚ ਮੁੱਖ ਬਲਣ ਮਸ਼ਾਲਾਂ। ਇੱਥੇ ਇਹ ਨਹੀਂ ਕਿਹਾ ਕਿ ਚਿਹਰੇ ਮਸ਼ਾਲਾਂ ਵਰਗੇ ਨੇ, ਇੱਥੇ ਤਾਂ ਸਿੱਧਾ ਕਹਿ ਦਿੱਤਾ ਕਿ ਚਿਹਰੇ ਹੀ ਮਸ਼ਾਲਾਂ ਨੇ। ਬਸ ਇਹੀ ਰੂਪਕ ਦੀ ਤਾਕਤ ਹੈ, ਦੋ ਚੀਜ਼ਾਂ ਨੂੰ ਇੱਕ ਕਰ ਦੇਣਾ। ਤੇ ਆਖਰ 'ਚ ਗੱਲ ਕਰਦੇ ਹਾਂ ਇੱਕ ਬੜੇ ਹੀ ਮਜ਼ੇਦਾਰ ਅਲੰਕਾਰ ਦੀ, ਅਤੀ ਕਥਨੀ। ਇਹਦਾ ਸਿੱਧਾ ਸਾਦਾ ਮਤਲਬ ਹੈ ਗੱਲ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਕਹਿਣਾ। ਕਵੀ ਐਸਾ ਕਿਉਂ ਕਰਦਾ ਹੈ? ਤਾਂ ਕਿ ਗੱਲ ਦਾ ਅਸਰ ਬਹੁਤ ਜ਼ਬਰਦਸਤ ਹੋਵੇ। ਇਹ ਉਦਾਹਰਣ ਦੇਖੋ ਕਿੰਨੀ ਕਮਾਲ ਦੀ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਫੁੱਲਾਂ ਦੇ ਹਾਰ ਦੇ ਭਾਰ ਨਾਲ ਕਿਸੇ ਦਾ ਲੱਕ ਨਹੀਂ ਟੁੱਟ ਸਕਦਾ, ਪਰ ਇਸ ਤਰ੍ਹਾਂ ਵਧਾ ਚੜਾ ਕੇ ਕਹਿਣ ਨਾਲ ਨਾਇਕਾ ਕਿੰਨੀ ਨਾਜ਼ੁਕ ਹੈ, ਇਹ ਗੱਲ ਜਿੰਨੀ ਖੂਬਸੂਰਤੀ ਨਾਲ ਇੱਥੇ ਦੱਸੀ ਗਈ ਹੈ, ਉਹ ਸਿੱਧੇ-ਸਿੱਧੇ ਸ਼ਬਦਾਂ 'ਚ ਕਦੇ ਨਹੀਂ ਦੱਸੀ ਜਾ ਸਕਦੀ ਸੀ। ਤਾਂ ਫਿਰ ਇਸ ਸਾਰੇ ਗੱਲਬਾਤ ਤੋਂ ਆਪਾਂ ਕਿੱਥੇ ਪਹੁੰਚੇ ਕਿ ਅਲੰਕਾਰ ਸਿਰਫ ਸ਼ਬਦਾਂ ਦੇ ਖੇਡ ਨੇ ਜਾਂ ਉੱਪਰੋਂ ਕੀਤੀ ਸਜਾਵਟ? ਜੀ ਨਹੀਂ, ਗੱਲ ਇਸ ਤੋਂ ਕਿਤੇ ਜ਼ਿਆਦਾ ਗਹਿਰੀ ਹੈ। ਅਸਲ ਗੱਲ ਇਹ ਹੈ ਕਿ ਇਹ ਗਹਿਣੇ ਕਵਿਤਾ ਦੀ ਆਤਮਾ, ਯਾਨੀ ਉਹਦੇ ਰਸ ਜਾਂ ਭਾਵਨਾ ਤੋਂ ਵੱਖਰੇ ਨਹੀਂ ਹੁੰਦੇ, ਸਗੋਂ ਇਹ ਤਾਂ ਉਹ ਔਜ਼ਾਰ ਨੇ ਜਿਹੜੇ ਉਸ ਭਾਵਨਾ ਨੂੰ ਹੋਰ ਚਮਕ ਦਿੰਦੇ ਨੇ, ਉਹਨੂੰ ਹੋਰ ਗਹਿਰਾ ਕਰਦੇ ਨੇ ਤੇ ਸਾਡੇ ਦਿਲ ਦਿਮਾਗ ਤੇ ਹਮੇਸ਼ਾ ਲਈ ਛਾਪ ਛੱਡ ਜਾਂਦੇ ਨੇ। ਤਾਂ ਫਿਰ ਅਗਲੀ ਵਾਰ ਜਦੋਂ ਵੀ ਕੋਈ ਗੀਤ ਸੁਣੋ ਜਾਂ ਕੋਈ ਕਵਿਤਾ ਪੜ੍ਹੋ ਤਾਂ ਥੋੜਾ ਰੁਕ ਕੇ ਉਹਦੇ ਸ਼ਬਦਾਂ ਤੇ ਗੌਰ ਜ਼ਰੂਰ ਕਰਿਓ। ਲੱਭਣ ਦੀ ਕੋਸ਼ਿਸ਼ ਕਰਿਓ ਕਿਤੇ ਕੋਈ ਅਨੁਪ੍ਰਾਸਤਾ ਨਹੀਂ ਛੁਪਿਆ, ਕਿਤੇ ਕੋਈ ਯਮਕ ਜਾਂ ਰੂਪਕ ਤਾਂ ਨਹੀਂ ਵਰਤਿਆ। ਯਕੀਨ ਮੰਨਿਓ, ਜਦੋਂ ਇਹ ਛੁਪੇ ਹੋਏ ਗਹਿਣੇ ਲੱਭਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਲਾ ਦਾ ਆਨੰਦ ਦੁੱਗਣਾ ਹੋ ਜਾਂਦਾ ਹੈ। ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਬਹੁਤ-ਬਹੁਤ ਧੰਨਵਾਦ।